ਨਾਮ ਜਪਣ ਦਾ ਅਰਥ ਕੀ ਹੈ? ਨਾਮ ਜਪਣ ਦਾ ਅਰਥ ਹੈ ਪ੍ਰਭੂ ਦਾ ਨਾਮ ਜਪ। ਸਿੱਖ ਧਰਮ ਵਿੱਚ ਅਸੀਂ ਵਾਹਿਗੁਰੂ 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 ਦਾ ਜਪ ਕਰਦੇ ਹਾਂ। ਇਸਲਾਮ ਜਗਤ ਦੇ ਵਿੱਚ ਅੱਲਾਹੂ ਦਾ ਜਪ ਹੈ। ਈਸਾਈ ਮਤ ਦੇ ਵਿੱਚ ਗੋਡ ਦਾ ਜਪ ਹੈ। ਹਿੰਦੂ ਜਗਤ ਦੇ ਵਿੱਚ ਕ੍ਰਿਸ਼ਨ, ਬੀਠਲ, ਗੋਬਿੰਦ, ਰਾਮ ਦਾ ਜਪ ਹੈ। ਅਗਰ ਗੌਰ ਮੁਤਾਲਾ ਕਰੀਏ, ਸਾਰੇ ਹੀ ਧਰਮਾਂ ਦੇ ਵਿੱਚ ਇੱਕੋ ਸ਼ਬਦ ਦਾ ਜਪ ਹੈ। 1 ਸੈਕਿੰਡ ਦੇ ਸ਼ਬਦ ਨੇ। ਵਾਹਿਗੁਰੂ 1 ਸੈਕਿੰਡ, ਰਾਮ 1 ਸੈਕਿੰਡ, ਅੱਲਾਹੂ 1 ਸੈਕਿੰਡ, ਗੋਡ 1 ਸੈਕਿੰਡ। ਤਾਂ ਇਹ ਸਾਰੇ ਮੰਤਰ ਕਿਸ ਵਾਸਤੇ ਨੇ? ਤਾਂ ਕਿ ਸੁਰਤ ਆਦਮੀ ਦੀ ਅੰਦਰ ਜਾ ਸਕੇ, ਉਹ ਆਪਣੇ ਆਪ ਵਿੱਚ ਜਾ ਸਕੇ। ਧਿਆਨ ਦੀ ਸਭ ਤੋਂ ਆਸਾਨ ਪ੍ਰਕਿਰਿਆ ਹੈ ਮਨ ਨੂੰ ਬ੍ਰਹਮ ਸ਼ਬਦ ਦੇ ਵਿੱਚ ਭਾਵ ਗੁਰਮੰਤਰ ਵਿੱਚ ਇਕਾਗਰ ਕਰਨਾ। ਸ਼ੁਰੂ ਵਿੱਚ ਇਹ ਕੁਝ ਮਿੰਟਾਂ ਲਈ ਹੋਵੇਗਾ, ਪਰ ਇਸ ਨੂੰ ਤੁਸੀਂ ਦੁਹਰਾਉਂਦੇ ਰਹੋ। ਅਭਿਆਸ ਦੇ ਧਿਆਨ ਦੀ ਬੁਨਿਆਦ ਹੌਲੀ-ਹੌਲੀ ਵੱਧਦੀ ਜਾਏਗੀ। ਤੁਸੀਂ ਇੱਕ ਆਰਾਮਦਾਇਕ ਆਸਨ ਦੇ ਵਿੱਚ ਬੈਠੋ। ਇੱਕ ਰਿਜ਼ਰਵਡ ਕਮਰਾ ਆਪਣਾ ਬਣਾਓ ਜਿਸ ਵਿੱਚ ਤੁਸੀਂ ਲਗਾਤਾਰ ਧਿਆਨ ਕਰ ਸਕੋ। ਅੱਖਾਂ ਬੰਦ ਕਰੋ। ਨਿਯਮਿਤ ਤੌਰ ਤੇ ਸਵੇਰੇ ਸ਼ਾਮ ਧਿਆਨ ਦਿਓ। ਤੁਸੀਂ ਦਿਨ ਦੇ ਸਮੇਂ ਕਿਸੇ ਵੀ ਦੌਰਾਨ, ਰਾਤ ਦੇ ਸਮੇਂ ਕਿਸੇ ਵੀ ਦੌਰਾਨ ਆਪਣੇ ਮਨ ਨੂੰ ਇਕਾਗਰ ਕਰੋ ਔਰ ਸਿਮਰਨ ਕਰਦੇ ਹੋ। ਧੀਮੀ ਆਵਾਜ਼ ਦੇ ਵਿੱਚ ਗੁਰਮੰਤਰ ਨੂੰ ਦੁਹਰਾਓ ਤੇ ਇਸ ਗੁਰਮੰਤਰ ਨੂੰ ਸੁਣੋ ਤਾਂ ਕਿ ਇਹ ਕੰਨਾਂ ਰਾਹੀਂ ਸ਼ਬਦ ਅੰਦਰ ਪ੍ਰਵੇਸ਼ ਕਰ ਸਕੇ। ਤਾਂ ਬਾਣੀ ਦਾ ਫਰਮਾਨ ਹੈ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਸੁਨਨ ਗਿਆਨ ਧਿਆਨ, ਨਾਮ ਕੇ ਤਾਰੇ ਅਗਾਸਾ ਪਾਤਾਲ, ਨਾਮ ਕੇ ਤਾਰੇ ਸਗਲ ਆਕਾਰ, ਨਾਮ ਕੇ ਤਾਰੇ ਪੁਰੀਆਂ ਸਭ ਪਵਨ, ਨਾਮ ਕੇ ਸੰਗੇ ਉਧਰੇ ਸੁਨ ਸਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਅੰਗ 284। ਸਾਰੇ ਜੀ ਜੰਤ ਅਕਾਲ ਪੁਰਖ ਦੇ ਆਸਰੇ ਤੇ, ਜਗਤ ਦੇ ਸਾਰੇ ਭਾਗ ਹਿੱਸੇ ਵੀ ਪ੍ਰਭੂ ਨੇ ਟਿਕਾਏ ਹੋਏ ਨੇ। ਵੇਦ ਪੁਰਾਣ ਸਿਮਰਤੀਆਂ ਪ੍ਰਭੂ ਦੇ ਆਧਾਰ ਨੇ। ਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤੀ ਜੋੜਨੀ ਵੀ ਅਕਾਲ ਪੁਰਖ ਦੇ ਆਸਰੇ ਤੇ ਹੈ। ਸਾਰੇ ਆਕਾਸ਼ ਪਤਾਲ ਪ੍ਰਭੂ ਦੇ ਆਸਰੇ ਤੇ ਨੇ। ਸਾਰੇ ਜੀਵ ਸਰੀਰ ਪ੍ਰਭੂ ਦੇ ਆਧਾਰ ਨੇ। ਤਿੰਨੇ ਭਵਨ 14 ਲੋਕ ਅਕਾਲ ਪੁਰਖ ਨੇ ਟਿਕਾਏ ਹੋਏ ਨੇ। ਜੀਵ ਪ੍ਰਭੂ ਵਿੱਚ ਜੁੜ ਕੇ ਉਸ ਦਾ ਨਾਮ ਕੰਨੀ ਸੁਣਨਾ ਤੇ ਵਕਾਰਾਂ ਤੋਂ ਬਚਣਾ, ਇਹ ਵੀ ਪਰਮਾਤਮਾ ਦੇ ਆਸਰੇ ਤੇ, ਜਿਸ ਨੂੰ ਮਿਹਰ ਕਰਕੇ ਆਪਣੇ ਨਾਮ ਵਿੱਚ ਜੋੜਦਾ ਹੈ। ਹੇ ਨਾਨਕ, ਉਹ ਮਨੁੱਖ ਮਾਇਆ ਦੇ ਅਸਰ ਤੋਂ ਪਰੇ ਤੇ ਚੌਥੇ ਦਰਜੇ ਵਿੱਚ ਅਪੜ ਜਾਂਦਾ ਹੈ, ਉਹਦੀ ਅਵਸਥਾ ਪ੍ਰਾਪਤ ਹੋ ਜਾਂਦੀ। ਨਾਨਕ ਬਿਨ ਸਤਿਗੁਰ ਨਾਉ ਨਾ ਪਾਈਏ, ਜਿਸੋਂ ਲੋਚੇ ਕੋਈ। ਸ਼ਲੋਕ ਮਹੱਲਾ ਤੀਜਾ, ਅੰਗ 1416। ਹੇ ਨਾਨਕ, ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਪਰਮਾਤਮਾ ਦਾ ਨਾਮ ਨਹੀਂ ਮਿਲਿਆ ਕਰਦਾ। ਭਾਵੇਂ ਕੋਈ ਮਨੁੱਖ 100 ਵਾਰੀ ਤਾਂਘ ਕਰ ਲਵੇ, ਪਰ ਪਰਮਾਤਮਾ ਦਾ ਨਾਮ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਤਿਗੁਰ ਦਾ ਨਿਰਣਾ ਤਾਂ ਬਿਲਕੁਲ ਸਪਸ਼ਟ ਹੈ ਕਿ ਨਾਮ ਧਨ ਕੇਵਲ ਤੇ ਕੇਵਲ ਸਤਿਗੁਰ ਤੋਂ ਮਿਲਦਾ ਹੈ, ਹੋਰ ਕਿਤੋਂ ਕੋਈ ਨਾਮ ਨਹੀਂ ਦੇ ਸਕਦਾ। ਸਤਿਗੁਰ ਦੇ ਇਤਨੇ ਸਪਸ਼ਟ ਆਦੇਸ਼ ਕਿ ਗੁਰੂ ਤੋਂ ਬਿਨਾਂ ਹੋਰ ਕਿਧਰੇ ਨਾਮ ਧੁਨ ਨਹੀਂ ਮਿਲ ਸਕਦਾ, ਪਰ ਅਸੀਂ ਫਿਰ ਵੀ ਭੁੱਲ ਜਾਂਦੇ ਹਾਂ ਤੇ ਪਖੰਡੀ ਸਾਧਾਂ ਦੇ ਡੇਰਿਆਂ ਦੇ ਉੱਪਰ ਜਾ ਵਰਾਜਦੇ। ਤੇ ਇਸ ਲੋਕਾਂ ਦੀ ਮੱਤ ਨੂੰ ਕੀ ਕਹੀਏ, ਪਰ ਇਸ ਗੱਲ ਨੂੰ ਸੋਚਣਾ ਪਵੇਗਾ ਕਿ ਸਾਨੂੰ ਸਤਿਗੁਰ ਬਾਰੇ ਕੋਈ ਭੁਲੇਖਾ ਤਾਂ ਨਹੀਂ ਪੈ ਗਿਆ। ਸ਼ਬਦ ਇਹ ਹੈ ਕਿ ਗੁਰੂ ਕੌਣ ਹੈ। ਅਸਲ ਵਿੱਚ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਮੱਥੇ ਟੇਕ ਰਹੇ ਹਾਂ, ਪਰਿਕਰਮਾ ਵੀ ਕਰਦੇ ਹਾਂ, ਸੋਹਣੇ ਰੁਮਾਲੇ ਦੇਗਾਂ ਦੀ ਭੇਟਾਂ ਵੀ ਕਰਦੇ ਹਾਂ, ਪਰ ਸ਼ਾਇਦ ਅਸੀਂ ਗੁਰੂ ਸ਼ਬਦ ਦੀ ਵਿਚਾਰਧਾਰਾ ਅਤੇ ਆਸ਼ਾ ਹੀ ਨਹੀਂ ਸਮਝ ਸਕੇ। ਜੇ ਹੁਣ ਸਾਨੂੰ ਗੁਰਬਾਣੀ ਦਾ ਇਹ ਨਿਰਣਾ ਸਮਝ ਲੱਗ ਗਿਆ ਕਿ ਗੁਰੂ ਤੋਂ ਬਿਨਾਂ ਨਾਮ ਧੁਨ ਪ੍ਰਾਪਤ ਨਹੀਂ ਹੋ ਸਕਦੀ, ਤਾਂ ਫਿਰ ਜ਼ਰੂਰੀ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਹੀ ਸਮਝ ਲਈਏ ਕਿ ਸਤਿਗੁਰੂ ਕੌਣ ਹੈ। ਸਤਿਗੁਰੂ ਨਾਨਕ ਪਾਤਸ਼ਾਹ ਦੀ ਸਿੱਧਾਂ ਨਾਲ ਹੋਈ ਗਿਆਨ ਚਰਚਾ, ਜੋ ਸਿੱਧ ਗੋਸ਼ਟ ਬਾਣੀ ਦੇ ਨਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ, ਵਿੱਚ ਸਿੱਧਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸਵਾਲ ਕੀਤਾ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਤਿਸ ਕਾ ਤੂੰ ਚੇਲਾ। ਰਾਮਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟ, ਅੰਗ 942। ਤਾਂ ਪ੍ਰਸ਼ਨ ਕੀਤਾ ਹੈ ਸਿੱਧਾਂ ਨੇ ਕਿ ਜੀਵਨ ਦਾ ਕੀ ਮੂਲ ਹੈ, ਮਨੁੱਖੀ ਜਨਮ ਦੇ ਵਿੱਚ ਕਿਹੜੀ ਸਿੱਖਿਆ ਲੈਣ ਦਾ ਸਮਾਂ ਤੇ ਤੂੰ ਕਿਸ ਗੁਰੂ ਦਾ ਚੇਲਾ ਹੈ। ਇਹ ਸਿੱਧਾਂ ਦਾ ਸਵਾਲ ਹੈ ਜੀ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੂੰ। ਸਭ ਤੋਂ ਪਹਿਲਾਂ ਤਾਂ ਬਲਿਹਾਰ ਜਾਵਾਂ ਆਪਣੇ ਸਤਿਗੁਰੂ ਨਾਨਕ ਪਾਤਸ਼ਾਹ ਦੇ। ਅੱਜ ਦੇ ਸਮੇਂ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ। ਮਨੁੱਖ ਚੰਨ ਤਾਰਿਆਂ ਤੱਕ ਪਹੁੰਚ ਚੁੱਕਾ ਹੈ, ਪਰ ਅੱਜ ਵੀ ਕੋਈ ਵਿਗਿਆਨੀ ਦਾਅਵੇ ਨਾਲ ਇਹ ਨਹੀਂ ਕਹਿ ਸਕਦਾ ਕਿ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ਹੈ। ਭਾਵੇਂ ਕਈ ਵਿਚਾਰਾਂ ਅਤੇ ਕਈ ਖੋਜਾਂ ਸਾਹਮਣੇ ਆਈਆਂ ਨੇ, ਪਰ ਅਜੇ ਤੱਕ ਕੋਈ ਵੀ ਪੂਰੇ ਪ੍ਰਤੱਖ ਪ੍ਰਮਾਣ ਤੱਕ ਨਹੀਂ ਪਹੁੰਚਿਆ ਤੇ ਨਾ ਹੀ ਕੋਈ ਫੈਸਲਾ ਐਸਾ ਸਾਹਮਣੇ ਆਇਆ। ਪਰ ਸਤਿਗੁਰੂ ਨਾਨਕ ਪਾਤਸ਼ਾਹ ਨੇ ਅੱਜ ਤੋਂ 500 ਸਾਲ ਪਹਿਲਾਂ ਸੰਸਾਰ ਨੂੰ ਦੱਸ ਦਿੱਤਾ ਸੀ, ਆਪਣੇ ਆਪ ਸਾਜਿਓ ਆਪਣੇ ਰਚਿਓ ਨਾਉ, ਦੋਏ ਕੁਦਰਤ ਸਾਜਿਓ ਕਰ ਆਸਨ ਡਿਠੋ ਚਾਓ। ਆਸਾ ਮਹੱਲਾ ਪਹਿਲਾ, ਵਾਰ ਸ਼ਲੋਕਾਂ, ਅੰਗ 463। ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ ਹੈ ਤੇ ਆਪ ਹੀ ਆਪਣਾ ਨਿਮਾਣਾ ਬਣਾਇਆ। ਫਿਰ ਉਸਨੇ ਕੁਦਰਤ ਦੀ ਰਚਨਾ ਰਚੀ ਤੇ ਉਹਦੇ ਵਿੱਚ ਆਪਣਾ ਹੀ ਆਸਨ ਜਮਾ ਦਿੱਤਾ। ਭਾਵ ਕੁਦਰਤ ਵਿੱਚ ਵਿਆਪਕ ਹੋ ਕੇ ਇਸ ਜਗਤ ਦੇ ਵਿੱਚ
ਆਪ ਤਮਾਸ਼ਾ ਵੇਖਣ ਲੱਗ ਪਿਆ। ਅੱਗੋਂ ਕੁਦਰਤ ਸਾਜਣ ਦੀ ਗੱਲ ਸਤਿਗੁਰ ਨੇ ਇਸ ਤਰ੍ਹਾਂ ਸਪਸ਼ਟ ਕੀਤੀ ਹੈ। ਸਾਚੇ ਤੇ ਪਵਣਾ ਪਿਆ, ਪਵਣੇ ਤੇ ਜਲ ਹੁਆ, ਜਲ ਤੇ ਤ੍ਰਿਭੁਵਨ ਸਾਜਿਆ, ਕਟ ਕਟ ਜੋਤ ਸਮੋਈ। ਸ਼੍ਰੀ ਰਾਗ ਮਹੱਲਾ ਪਹਿਲਾ, ਅੰਗ 19। ਪਰਮਾਤਮਾ ਤੋਂ ਸੂਖਸ਼ਮ ਤੱਤ ਪਵਨ ਬਣਿਆ, ਪਵਨ ਤੋਂ ਜਲ ਹੋਂਦ ਵਿੱਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, ਤੇ ਇਸ ਰਚੇ ਹੋਏ ਸੰਸਾਰ ਦੇ ਵਿੱਚ ਤੇ ਘਟ ਘਟ ਦੇ ਵਿੱਚ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ। ਪਵਨੇ ਤੇ ਜਲ ਹੁਆ ਦੀ ਗੱਲ ਅੱਜ ਸਕੂਲ ਵਿੱਚ ਬੱਚਾ ਬੱਚਾ ਜਾਣਦਾ ਹੈ। ਭਾਵ ਹਵਾ ਵਿੱਚ ਗੈਸਾਂ ਆਉਂਦੀਆਂ, ਜਦੋਂ ਹਾਈਡਰੋਜਨ ਗੈਸ ਦੇ ਅਣੂ ਆਕਸੀਜਨ ਗੈਸ ਦੇ ਅਣੂਆਂ ਦੇ ਨਾਲ ਕਿਰਿਆਸ਼ੀਲ ਹੁੰਦੇ ਨੇ ਤਾਂ ਪਾਣੀ ਦਾ ਇੱਕ ਕਣ ਬਣਦਾ ਹੈ। ਅੱਜ ਵੀ ਸੰਸਾਰ ਦੇ ਵਿਗਿਆਨੀ ਕਿਸੇ ਦੂਸਰੇ ਗ੍ਰਹਿ ਦੇ ਜੀਵਨ ਦੀ ਖੋਜ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਉਹ ਇਹ ਵੇਖਦੇ ਨੇ ਕਿ ਉੱਥੇ ਹਵਾ ਹੈ ਜਾਂ ਨਹੀਂ। ਜੇ ਹਵਾ ਹੋਵੇਗੀ ਤਾਂ ਪਾਣੀ ਹੋਵੇਗਾ, ਜੇ ਪਾਣੀ ਹੋਵੇਗਾ ਤਾਂ ਜੀਵਨ ਹੋਵੇਗਾ, ਕਿਉਂਕਿ ਪਾਣੀ ਜੀਵਨ ਦਾ ਆਸਰਾ ਹੈ। ਔਰ ਮੈਂ ਇੱਕ ਗੱਲ ਹੋਰ ਕਲੀਅਰ ਕਰ ਦਿਆਂ, ਤੁਸੀਂ ਪਾਣੀ ਤੋਂ ਬਿਨਾਂ 4 ਦਿਨ ਜਿੰਦਾ ਰਹਿ ਸਕਦੇ, ਤੁਸੀਂ ਅੰਨ ਤੋਂ ਬਿਨਾਂ 40 ਦਿਨ ਜਿੰਦਾ ਰਹਿ ਸਕਦੇ, ਤੁਸੀਂ ਹਵਾ ਤੋਂ ਬਿਨਾਂ ਸਿਰਫ ਤੇ ਸਿਰਫ 8 ਮਿੰਟ ਜਿੰਦਾ ਰਹਿ ਸਕਦੇ। ਇਸੇ ਕਰਕੇ ਸ਼ਾਇਦ ਗੁਰੂ ਸਾਹਿਬ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ, ਕਿ ਪਵਨ ਗੁਰੂ ਹੈ। ਔਰ ਅਸੀਂ ਦੂਜੇ ਬੰਨੇ ਅਗਰ ਗੱਲ ਕਰੀਏ ਤਾਂ ਗੁਰੂ ਤੋਂ ਬਿਨਾਂ ਅਸੀਂ 8 ਮਿੰਟ ਹੀ ਜਿੰਦਾ ਰਹਿ ਸਕਦੇ ਹਾਂ। ਇਸ ਕਰਕੇ ਗੁਰੂ ਦੀ ਜ਼ਿੰਦਗੀ ਦੇ ਵਿੱਚ ਬੜੀ ਲੋੜ ਹੈ। ਸੋ ਮੁਕਤਸਰ ਮੈਂ ਆਪਣੇ ਟੌਪਿਕ ਤੇ ਆਵਾਂ। ਇੱਥੇ ਵੀ ਸਤਿਗੁਰ ਨੇ ਉਹਨਾਂ ਸਵਾਲਾਂ ਦੇ ਜਵਾਬਾਂ ਦੀ ਸ਼ੁਰੂਆਤ ਵਿੱਚ ਗੱਲ ਕੀਤੀ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਰਾਮਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟ, ਅੰਗ 943। ਉੱਤਰ, ਪ੍ਰਾਣੀ ਹਸਤੀ ਦਾ ਮੁੱਢ ਹਨ। ਇਹ ਮਨੁੱਖ ਦਾ ਜਨਮ ਦਾ ਸਮਾਂ ਸਤਿਗੁਰ ਦੀ ਸਿੱਖਿਆ ਲੈਣ ਦਾ ਹੈ। ਸ਼ਬਦ ਮੇਰਾ ਗੁਰੂ ਹੈ, ਮੇਰੀ ਸੁਰ ਦਾ ਟਿਕਾਓ ਉਸ ਗੁਰੂ ਦਾ ਸਿੱਖ ਹੈ। ਆਓ ਅਸੀਂ ਆਪਣੇ ਵਿਸ਼ੇ ਤੇ ਵਾਪਸ ਆਈਏ। ਸਤਿਗੁਰ ਨੇ ਸਿੱਧਾਂ ਦੇ ਇਸ ਸਵਾਲ ਕਿ ਤੇਰਾ ਗੁਰੂ ਕੌਣ ਹੈ ਉਹਦਾ ਜਵਾਬ ਦਿੱਤਾ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਸ ਗੱਲ ਤੋਂ ਅੱਜ ਅਸੀਂ ਇਸ ਗੱਲ ਦਾ ਰਟਨ ਕਰਦੇ ਹਾਂ ਕਿ ਸ਼ਬਦ ਸਾਡਾ ਗੁਰੂ ਹੈ। ਪਰ ਗੱਲ ਜੇ ਕੇਵਲ ਇਤਨੀ ਹੀ ਹੁੰਦੀ ਤਾਂ ਸਤਿਗੁਰ ਨੂੰ ਨਾਲ ਇਹ ਕਹਿਣ ਦੀ ਲੋੜ ਨਹੀਂ ਸੀ ਸੁਰਤ ਧੁਨ ਚੇਲਾ। ਅੱਜ ਅਧੂਰੀ ਭਗਤੀ ਲੈਣ ਦਾ ਇਹ ਨਤੀਜਾ ਹੈ ਕਿ ਅਸੀਂ ਸ਼ਬਦ ਗੁਰੂ ਦੇ ਨਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੂਜਾ ਕਰਨ ਤੱਕ ਹੀ ਸੀਮਿਤ ਰਹਿ ਗਏ। ਜੇ ਪੂਰੀ ਪੰਕਤੀ ਵਿਚਾਰਾਂਗੇ ਤਾਂ ਸਾਨੂੰ ਅਸਲ ਗੱਲ ਸਮਝ ਆਵੇਗੀ ਕਿ ਸ਼ਬਦ ਗੁਰੂ ਤਾਂ ਬਣਦਾ ਹੈ ਜੇ ਸੁਰਤ ਧੁਨ ਚੇਲਾ ਬਣੀ ਹੈ। ਜੇ ਸੁਰਤ ਸ਼ਬਦ ਵਿੱਚ ਜੁੜੀ ਹੈ ਤਾਂ, ਜੇ ਸ਼ਬਦ ਸੁਰਤ ਵਿੱਚ ਜਾ ਰਿਹਾ ਹੈ ਤਾਂ, ਜੇ ਸ਼ਬਦ ਦੀ ਸਮਝ ਆ ਰਹੀ ਹੈ ਤਾਂ ਫਿਰ ਤਾਂ ਸ਼ਬਦ ਦੀ ਇਹ ਇਲਾਹੀ ਰੰਗ ਸੁਰਤ ਰਾਹੀਂ ਸਾਡੀ ਆਤਮਾ ਦੀ ਗਹਿਰਾਈ ਤੱਕ ਪਹੁੰਚ ਜਾਵੇਗਾ ਤੇ ਸਾਡੇ ਜੀਵਨ ਨੂੰ ਇਲਾਹੀ ਰੰਗ ਦੇਗਾ। ਸਤਿਗੁਰ ਨੇ ਇਸ ਇਲਾਹੀ ਸ਼ਬਦ ਨੂੰ ਸਾਡੀ ਤੱਕ ਗੁਰਬਾਣੀ ਦੇ ਰੂਪ ਵਿੱਚ ਪ੍ਰਗਟ ਕੀਤਾ ਹੈ। ਇਸ ਲਈ ਸਤਿਗੁਰ ਅਮਰਦਾਸ ਪਾਤਸ਼ਾਹ ਸਾਨੂੰ ਦ੍ਰਿੜ ਕਰਵਾਉਂਦੇ ਹਨ, ਏਕਾ ਬਾਣੀ, ਏਕਾ ਗੁਰ, ਏਕੋ ਸ਼ਬਦ ਵਿਚਾਰੇ। ਮਹੱਲਾ ਤੀਜਾ, ਅੰਗ 646। ਕੇਵਲ ਬਾਣੀ ਹੀ ਪ੍ਰਮਾਣੀ ਗੁਰੂ ਹੈ, ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ। ਗੁਰੂ ਰਾਮਦਾਸ ਪਾਤਸ਼ਾਹ ਫਰਮਾਉਂਦੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰੂ ਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਮਹੱਲਾ ਚੌਥਾ, ਅੰਗ 982। ਹੇ ਭਾਈ, ਬਾਣੀ ਹੀ ਗੁਰੂ ਦਾ ਸਿੱਖ ਹੈ। ਗੁਰੂ ਬਾਣੀ ਵਿੱਚ ਮੌਜੂਦ ਹੈ। ਬਾਣੀ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਦਾ ਹੈ। ਗੁਰੂ ਬਾਣੀ ਉਚਾਰਦਾ ਹੈ, ਗੁਰੂ ਦਾ ਸੇਵਕ ਉਸ ਬਾਣੀ ਉੱਤੇ ਸ਼ਰਧਾ ਧਾਰਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ। ਜਿਸ ਗੱਲ ਨੂੰ ਪੱਕਾ ਕਰਨਾ ਹੋਵੇ ਉਸ ਨੂੰ ਬਾਰ-ਬਾਰ ਦ੍ਰਿੜ ਕਰਾਇਆ ਜਾਂਦਾ ਹੈ। ਇੱਥੇ ਵੀ ਸਤਿਗੁਰ ਨੇ ਉਸ ਗੱਲ ਨੂੰ ਦੁਬਾਰਾ ਬਦਲਵੇਂ ਰੂਪ ਵਿੱਚ ਕਿਹਾ ਹੈ। ਸ਼ਬਦ ਗੁਰੂ ਦੀ ਇਸ ਵਿਚਾਰਧਾਰਾ ਨੂੰ ਦ੍ਰਿੜ ਕਰਵਾਉਂਦਾ ਹੈ। ਹੋਰ ਵੀ ਬਹੁਤ ਸਾਰੇ ਸ਼ਬਦ ਗੁਰਬਾਣੀ ਵਿੱਚ ਮਿਲਦੇ ਹਨ। ਸ਼ਬਦ ਗੁਰੂ ਪੀਰਾ, ਗਹਿਰ ਗਭੀਰਾ, ਬਿਨ ਸ਼ਬਦੇ ਜਗ ਬੋਰਾਨਾ। ਸੁਰਠ ਮਹੱਲਾ ਪਹਿਲਾ, ਅੰਗ 635। ਸ਼ਬਦ ਗੁਰੂ ਇਸ ਵਿਚਾਰਧਾਰਾ ਨੂੰ ਦ੍ਰਿੜ ਕਰਵਾਉਂਦੀ ਹੈ ਕਿ ਇੱਕ ਲਾਜਵਾਬ ਸਾਖੀ ਸਾਨੂੰ ਸਿੱਖ ਇਤਿਹਾਸ ਵਿੱਚੋਂ ਮਿਲਦੀ ਹੈ। ਪਿੰਡ ਤੁਲੰਬਾ, ਜ਼ਿਲ੍ਹਾ ਮੁਲਤਾਨ ਦੇ ਸਥਾਨ ਤੇ ਸੱਜਣ ਨਾਂ ਦਾ ਵਿਅਕਤੀ ਰਹਿੰਦਾ, ਜੋ ਦੁਨੀਆ ਦੀ ਨਜ਼ਰ ਦੇ ਵਿੱਚ ਤਾਂ ਬਹੁਤ ਵੱਡਾ ਧਰਮੀ ਹੈ, ਕਿਉਂਕਿ ਇਸ ਨੇ ਆਪਣੀ ਸਰਾਂ ਦੇ ਵਿੱਚ ਇੱਕ ਮੰਦਰ ਤੇ ਇੱਕ ਮਸਜਿਦ ਬਣਾਈ ਹੋਈ ਸੀ। ਜੋ ਹਿੰਦੂ ਯਾਤਰੀ ਸਨ ਉਹ ਮੰਦਰ ਵਾਲੀ ਸਾਈਡ ਰੱਖਦਾ ਸੀ ਕਿਉਂਕਿ ਬੜਾ ਧਰਮੀ ਸੀ, ਤੇ ਜੋ ਮੁਸਲਿਮ ਯਾਤਰੀ ਸਨ ਉਹਨਾਂ ਨੂੰ ਮਸਜਿਦ ਵਾਲੀ ਸਾਈਡ ਰੱਖਦਾ ਸੀ। ਪਰ ਬਾਅਦ ਦੇ ਵਿੱਚ ਇਹ ਬਦਲਿਆ ਤੇ ਸੱਜਣ ਠੱਗ ਬਣੇ, ਕਿਉਂਕਿ ਇਹ ਯਾਤਰੀਆਂ ਨੂੰ ਲੁੱਟ ਲੈਂਦਾ ਸੀ। ਜਿਹੜੇ ਯਾਤਰੀ ਆਉਂਦੇ ਸਨ ਉਹਨਾਂ ਨੂੰ ਲੁੱਟ ਕੇ ਪਿੱਛੇ ਖੂਹ ਦੇ ਵਿੱਚ ਸਿੱਟ ਦਿੰਦਾ ਸੀ ਤੇ ਨੱਪ ਦਿੰਦਾ ਸੀ ਉਹਨਾਂ ਨੂੰ, ਤੇ ਸਾਰਾ ਮਾਲ ਉਹਨਾਂ ਦਾ ਲੁੱਟ ਲੈਂਦਾ ਸੀ। ਇਹਦੀ ਸਰਾਹ ਦੇ ਵਿੱਚ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਵੀ ਆਏ, ਪਰ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਇਹਦੇ ਕਰਮਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ। ਜਗਤ ਨੂੰ ਤਾਰਦੇ ਹੋਏ ਸਤਿਗੁਰੂ ਸੱਜਣ ਦੀ ਸਰਾਹ ਵਿੱਚ ਪੁੱਜੇ। ਨਾਲ ਭਾਈ ਮਰਦਾਨਾ ਜੀ ਵੀ ਸਨ। ਸਤਿਗੁਰ ਦੇ ਸੁੰਦਰ ਬਸਤਰ ਦੇਖ ਕੇ ਤੇ ਚਿਹਰੇ ਦੀ ਨੂਰਾਨੀ ਦੇਖ ਕੇ
ਸੱਜਣ ਨੂੰ ਐਂ ਲੱਗਿਆ ਵੀ ਇਹ ਬਹੁਤ ਅਮੀਰ ਘਰਾਣੇ ਦੇ ਨੇ, ਇਹਨਾਂ ਕੋਲ ਚੰਗਾ ਮਾਲ ਅਸਾਬਾਬ ਹੋਏਗਾ। ਸੱਜਣ ਨੇ ਸਤਿਗੁਰਾਂ ਜੀ ਨੂੰ ਆਖਿਆ, ਆਓ ਤੁਸੀਂ ਆਪਣੇ ਕਮਰੇ ਦੇ ਵਿੱਚ ਠਹਿਰੋ, ਤੇ ਸਤਿਗੁਰੂ ਨੂੰ ਲੁੱਟਣ ਦੀ ਸਕੀਮਾਂ ਤਿਆਰ ਕਰਨ ਲੱਗੇ। ਰੋਟੀ ਤਿਆਰ ਕੀਤੀ ਤੇ ਵਿੱਚ ਜ਼ਹਿਰ ਮਿਲਾ ਦਿੱਤਾ। ਸਤਿਗੁਰੂ ਜੀ ਦੇ ਕੋਲ ਲੈ ਕੇ ਆਇਆ ਤੇ ਬੇਨਤੀ ਕੀਤੀ, ਆਪ ਥੱਕੇ ਹੋਏ ਹੋ, ਪ੍ਰਸ਼ਾਦਾ ਛਕ ਲਓ ਤੇ ਫਿਰ ਆਰਾਮ ਕਰੋ। ਸਤਿਗੁਰੂ ਮੁਸਕਰਾ ਪਏ ਅਤੇ ਬੋਲੇ, ਭਾਈ ਕਿ ਅਸੀਂ ਕਿਸੇ ਕੰਮ ਲਈ ਇੱਥੇ ਆਏ ਹਾਂ, ਉਹ ਕਰਕੇ ਹੀ ਪ੍ਰਸ਼ਾਦਾ ਛਕਾਂਗੇ। ਸੱਜਣ ਨੇ ਸੋਚਿਆ, ਚਲੋ ਕੋਈ ਗੱਲ ਨਹੀਂ, ਜਿਹੜਾ ਕੰਮ ਤੁਸੀਂ ਕਰਨਾ ਉਹ ਕਰ ਲਓ, ਆਖਿਰ ਤਾਂ ਰੋਟੀ ਖਾਣਗੇ ਹੀ ਅਤੇ ਮਰ ਜਾਣਗੇ। ਤੇ ਆਪ ਨਾਲ ਦੇ ਕਮਰੇ ਵਿੱਚ ਲੁੱਕ ਕੇ ਇੰਤਜ਼ਾਰ ਕਰਨ ਲੱਗਾ। ਸਤਿਗੁਰ ਨੇ ਭਾਈ ਮਰਦਾਨਾ ਜੀ ਨੂੰ ਆਖਿਆ, ਮਰਦਾਨਿਆ ਰਬਾਬ ਚੁੱਕ, ਬਾਣੀ ਆਈ ਹੈ। ਤੇ ਸਤਿਗੁਰ ਨੇ ਸ਼ਬਦ ਉਚਾਰਨ ਕੀਤੇ, ਉਜਲ ਕਿਹਾ ਚਲਕਾਣਾ, ਕੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੇ, ਜੇ ਸੋ ਧੋਵੇ ਤਿਸ, ਸੱਜਣ ਸੇਈ ਨਾਲ ਮੈਂ, ਚਲਦਿਆਂ ਨਾ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਣ। ਰਹਾਉ ਸੂਹੀ ਮਹੱਲਾ ਪਹਿਲਾ, ਅੰਗ 729। ਸੱਜਣ ਜਿਉਂ-ਜਿਉਂ ਸ਼ਬਦ ਸੁਣਦਾ ਗਿਆ, ਉਸ ਨੂੰ ਸਮਝ ਪੈਂਦੀ ਗਈ ਕਿ ਬਾਬਾ ਤਾਂ ਮੇਰੀ ਜੀਵਨ ਦੀ ਸਾਰੀ ਸੱਚਾਈ ਜਾਣਦਾ ਹੈ ਅਤੇ ਸਾਰੀਆਂ ਗੱਲਾਂ ਮੇਰੇ ਜੀਵਨ ਦੀਆਂ ਆਖੀਆਂ ਨੇ। ਮਨ ਪਛਤਾਵੇ ਨਾਲ ਭਰ ਗਿਆ। ਜੀਵਨ ਦਾ ਅਨਮੋਲ ਸਮਾਂ ਪਾਪ ਕਰਮਾਂ ਵਿੱਚ ਗਵਾ ਲਿਆ ਮੈਂ, ਤੇ ਢਹਿ ਕੇ ਚਰਨੀ ਪੈ ਗਿਆ ਤੇ ਸਤਿਗੁਰੂ ਤੋਂ क्षमा ਮੰਗਦਾ ਹੈ ਕਿ ਸਤਿਗੁਰੂ ਮੈਨੂੰ ਜੀਵਨ ਦੀ ਜਾਂਚ ਦਿਓ, ਮੈਂ ਹੁਣ ਸੱਜਣ ਠੱਗ ਨਹੀਂ, ਮੈਂ ਸੱਜਣ ਬਣ ਗਿਆ। ਔਰ ਗੁਰੂ ਫਰਮਾਉਂਦੇ ਨੇ ਕਿ ਸੱਜਣਾ, ਜੇ ਠੱਗਣਾ ਹੈ ਤਾਂ ਸੱਜਣ ਬਣ ਕੇ ਨਾ ਲੁੱਟ। ਤਾਂ ਸੱਜਣ ਨੇ ਜਿਵੇਂ ਹੀ ਗੱਲਾਂ ਸੁਣੀਆਂ ਤੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਵਿੱਚ ਡਿੱਗ ਪਏ। ਕਬੀਰ ਸਤਿਗੁਰ ਸੁਰਮੇ ਬਹਿਆ, ਬਾਣ ਜੋ ਇੱਕ ਲਾਗਤ ਹੀ ਪੈ ਗਿਰਿਓ, ਪਰਿਆ ਪਰਾ ਕਰੇ ਜੇ ਸ਼ੇਖ। ਅੰਗ 374। ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਢਹਿ ਪਿਆ, ਬਾਬਾ ਮੈਨੂੰ ਬਖਸ਼ ਲੈ, ਇਹ ਤਾਂ ਮੇਰੇ ਸਾਰੇ ਜੀਵਨ ਦੇ ਕਰਮ ਹਨ। ਸਤਿਗੁਰ ਤੋਂ ਗਿਆਨ ਪ੍ਰਾਪਤ ਕਰਨ ਲਈ ਸੱਜਣ ਬਣ ਗਿਆ। ਜੇ ਸਤਿਗੁਰ ਸਰੀਰ ਗੁਰੂ ਹੁੰਦਾ ਤਾਂ ਗੁਰੂ ਨਾਨਕ ਪਾਤਸ਼ਾਹ ਸਰੀਰਕ ਦਰਸ਼ਨ ਕਰਕੇ ਹੀ ਉਹਦਾ ਜੀਵਨ ਬਦਲ ਗਿਆ। ਪਰ ਖਿਮਾ ਕਰਨਾ, ਸਿਰਫ ਸਰੀਰ ਦੇ ਦਰਸ਼ਨ ਕਰਕੇ ਉਹਦੇ ਅੰਦਰ ਵਕਾਰ ਹੈ ਕਿ ਮੈਂ ਇਹਨਾਂ ਨੂੰ ਮਾਰ ਮੁਕਾਵਾਂ ਅਤੇ ਮਾਲ ਸੁਭਾਵ ਲੁੱਟ ਲਵਾਂ। ਜਿਸ ਵੇਲੇ ਸੱਜਣ ਦੀ ਸੁਰਤ ਦਾ ਗੁਰੂ ਦੇ ਸ਼ਬਦ ਨਾਲ ਮੇਲ ਹੋਇਆ, ਜੀਵਨ ਵਿੱਚ ਇਨਕਲਾਬ ਆ ਗਿਆ। ਸੱਜਣ ਨੇ ਇੱਕ ਸ਼ਬਦ ਸੁਣਿਆ, ਜੀਵਨ ਬਦਲ ਗਿਆ। ਅਸੀਂ ਰੋਜ਼ ਕਈ ਵਾਰ ਸ਼ਬਦ ਸੁਣਦੇ ਹਾਂ, ਜੀਵਨ ਵਿੱਚ ਤਬਦੀਲੀ ਨਹੀਂ ਆਉਂਦੀ। ਕਾਰਨ ਸਪਸ਼ਟ ਹੈ ਕਿ ਸਾਡੀ ਸੁਰਤ ਗੁਰੂ ਸ਼ਬਦ ਦਾ ਚੇਲਾ ਨਹੀਂ ਬਣ ਰਹੀ। ਅਸੀਂ ਤਾਂ ਅੱਜ ਸ਼ਬਦ ਨੂੰ ਦੁਨਿਆਵੀ ਗੀਤਾਂ ਵਾਂਗ ਸੁਣ ਰਹੇ ਹਾਂ। ਜਿਵੇਂ ਕਬੀਰ ਜੀ ਫਰਮਾਨ ਕਰਦੇ ਹਨ, ਲੋਗ ਜਾਣਿਓ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਅੰਗ 335। ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਗੱਲ ਸਤਿਗੁਰ ਸਾਨੂੰ ਬਰਾਬਰ ਦ੍ਰਿੜ ਕਰਵਾਉਂਦੇ ਹਨ। ਸਤਿਗੁਰ ਤਾਂ ਇਹ ਵੀ ਨਹੀਂ ਕਹਿੰਦੇ ਕਿ ਇਹ ਮੇਰੀ ਬਾਣੀ ਹੈ, ਬਲਕਿ ਗੁਰਬਾਣੀ ਦੇ ਅਨੇਕ ਪ੍ਰਮਾਣ ਹਨ ਜੋ ਸਪਸ਼ਟ ਕਰਦੇ ਹਨ, ਬਾਣੀ ਤਾਂ ਅਕਾਲ ਪੁਰਖ ਦੀ ਆਪਣੀ ਹੈ। ਤੁਰਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਸੁਰਟ ਮਹੱਲਾ ਪੰਜਵਾਂ। ਅੰਗ 628। ਜੈਸੀ ਆਵੇ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾਲੋ। ਤੇ ਲੰਗ ਮਹੱਲਾ ਪਹਿਲਾ। ਅੰਗ 722। ਹੂੰ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ। ਸੂਹੀ ਮਹੱਲਾ ਪੰਜਵਾਂ। ਅੰਗ 763। ਤਾਂ ਇਹ ਬਾਣੀ ਹੈ, ਇਹ ਪਰਮਾਤਮਾ ਦੀ ਹੈ, ਪਰਮਾਤਮਾ ਵੱਲੋਂ ਆਈ ਹੈ। ਤਾਂ ਗੁਰੂ ਮਹਾਰਾਜ ਸਪਸ਼ਟ ਕਰਦੇ ਨੇ ਕਿ ਸੁਰਤ ਨੂੰ ਸਿਮਰਨ ਦੇ ਵਿੱਚ ਜੋੜੋ। ਜਿਵੇਂ ਜਿਵੇਂ ਅਸੀਂ ਨਾਮ ਸਿਮਰਨ ਕਰਾਂਗੇ ਤਾਂ ਤਬਦੀਲੀ ਕੀ ਆਵੇਗੀ? ਨਾਮ ਸਿਮਰਨ ਕਰਨ ਦੇ ਨਾਲ ਲੋਭ ਸੰਤੋਖ ਵਿੱਚ ਬਦਲ ਜਾਏ, ਮੋਹ ਪ੍ਰੇਮ ਵਿੱਚ ਬਦਲ ਜਾਂਦਾ ਹੈ, ਅਹੰਕਾਰ ਨਿਮਰਤਾ ਵਿੱਚ ਬਦਲ ਜਾਂਦਾ ਹੈ, ਕ੍ਰੋਧ ਦਇਆ ਵਿੱਚ ਬਦਲ ਜਾਂਦਾ ਹੈ, ਕਾਮ ਸੀਲ ਸੰਜਮ ਵਿੱਚ ਬਦਲ ਜਾਂਦਾ ਹੈ, ਗ੍ਰਸਤ ਸੀਮਾ ਤੱਕ ਰਹਿ ਜਾਂਦੀ ਹੈ। ਇਹ ਜੋ ਸਾਰੇ ਜ਼ਹਿਰ ਸਨ ਅੰਮ੍ਰਿਤ ਵਿੱਚ ਬਦਲ ਜਾਂਦੇ ਨੇ। ਇਹ ਜੋ ਕਰੂਪ ਬੀਜ ਸਨ ਸੁੰਦਰ ਫੁੱਲਾਂ ਵਿੱਚ ਬਦਲ ਗਏ। ਤਾਂ ਇਹ ਸਭ ਕੁਝ ਪਰਮਾਤਮਾ ਦੀ ਕਿਰਪਾ ਦੇ ਨਾਲ ਹੈ, ਨਾਮ ਸਿਮਰਨ ਕਰਨ ਦੇ ਨਾਲ ਹੋਗੀ। ਇਹ ਸਾਰੀ ਤਬਦੀਲੀ ਪਰਮਾਤਮਾ ਦਾ ਨਾਮ ਸਿਮਰਨ ਕਰਨ ਦੇ ਨਾਲ ਹੋਗੀ। ਤਾਂ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰਦੇ ਉਪਰੰਤ ਵਾਹਿਗੁਰੂ 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 ਸਿਮਰਨ ਕਰੋ ਤੇ ਆਪਣੀ ਸੁਰਤ ਨੂੰ ਪਰਮਾਤਮਾ ਵਿੱਚ ਜੋੜੋ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ। ਮਹੱਲਾ ਚੌਥਾ। ਅੰਗ 308। ਇਹ ਮੈਂ ਕੌਣ ਹੁੰਨਾ ਜੀ ਵਿਚਾਰਾਂ ਕਰਨ ਵਾਲਾ? ਇਹ ਤਾਂ ਪਰਮਾਤਮਾ ਨੇ ਆਪੇ ਹੀ ਮੂੰਹ ਕਢਾਈਆਂ ਨੇ। ਉਹ ਆਪ ਸੁਰਤ ਵਿੱਚ ਵਸਦਾ ਹੈ ਤੇ ਆਪ ਹੀ ਬੋਲਦਾ ਹੈ। ਇਹ ਜੋ ਸਾਰੀਆਂ ਗੱਲਾਂ ਨੇ ਇਹ ਸਿਮਰਨ ਕਰਨ ਦੇ ਨਾਲ ਸਮਝ ਆਉਣਗੀਆਂ। ਤਾਂ ਮੇਰੀ ਸੰਗਤ ਦੇ ਚਰਨਾਂ ਦੇ ਵਿੱਚ ਕੋਟ ਵਾਰ ਬੇਨਤੀ ਹੈ ਕਿ ਸਿਮਰਨ ਕਰਦੇ ਰਹੋ। ਸਿਮਰਨ ਦੇ ਨਾਲ ਹੀ ਸੁਰਤ ਨੇ ਜੁੜਨਾ ਤੇ ਸੁਰਤ ਵਿੱਚ ਤਬਦੀਲੀ ਆਉਣੀ ਹੈ ਤੇ ਮਨ ਨੇ ਪ੍ਰਸੰਨ ਹੋ ਜਾਣਾ। ਸਾਰਾ ਡਿਪਰੈਸ਼ਨ, ਐਂਗਜ਼ਾਇਟੀ ਇਹ ਸਭ ਦੂਰ ਹੋ ਜਾਏਗਾ।